संतां के कारज आप खलोया, संतां के कारज हर कम करावण आया राम। वाहिगुरू जी का खालसा श्री वाहिगुरू जी की फतेह। ग्रह निवारे सतगुरु देह अपना नाओ। ਇੱਕ ਭਾਈ ਦਰਬਾਰਾ ਸਿੰਘ ਨਾਮ ਦਾ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਆਉਂਦਾ ਹੁੰਦਾ ਸੀ। ਹਰੇਕ ਸਾਲ ਆਉਣਾ। ਜੇ ਦਰਬਾਰਾ ਸਿੰਘ ਦੀ ਮਾਈ ਨੇ ਨਾਲ ਹੋਣਾ ਤਾਂ ਉਸ ਨੂੰ ਸੰਬੋਧਨ ਕਰਕੇ ਬਚਨ ਕਰਨੇ, ਮਾਈ ਇਸ ਬੱਚੇ ਨੂੰ ਦੁੱਧ ਘਿਓ ਦਿਆ ਕਰ, ਦੁੱਧ ਘਿਓ ਵਰਤੇ ਬਿਨਾਂ ਜ਼ਹਿਰ ਨਹੀਂ ਮਰਦੀ। ਹੁਣ ਤੱਕ ਉਹ ਦਰਬਾਰਾ ਸਿੰਘ ਦੁੱਧ ਘਿਓ ਵਰਤਦਾ ਹੈ। ਹੁਕਮ ਅਨੁਸਾਰ ਉਸ ਦੀ ਮਾਤਾ ਨੇ ਵੀ ਦੁੱਧ ਘਿਓ ਉਸ ਨੂੰ ਬਹੁਤ ਦੇਣਾ। ਇੱਕ ਵਾਰ ਦਰਬਾਰਾ ਸਿੰਘ ਤੇ ਉਸ ਦੀ ਮਾਤਾ ਦਰਸ਼ਨ ਕਰਨ ਆਏ। ਉਸ ਦੀ ਮਾਤਾ ਨੇ ਬਾਬਾ ਜੀ ਕੋਲ ਦਰਬਾਰਾ ਸਿੰਘ ਦੇ ਰਿਸ਼ਤੇ ਬਾਰੇ ਬੇਨਤੀ ਕੀਤੀ ਕਿ ਗਰੀਬ ਨਵਾਜ਼ ਦਰਬਾਰਾ ਸਿੰਘ ਨੂੰ ਰਿਸ਼ਤਾ ਹੋ ਰਿਹਾ ਹੈ, ਸਾਨੂੰ ਕੀ ਹੁਕਮ ਹੈ, ਲਈਏ ਕਿ ਨਾ। ਹਜੂਰ ਨੇ ਪੁੱਛਿਆ ਕਿੱਥੋਂ ਹੁੰਦਾ ਹੈ ਅਤੇ ਉਹਨਾਂ ਦਾ ਕੀ ਗੋਤ ਹੈ। ਉੱਤਰ ਵਿੱਚ ਮਾਈ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਦਾ ਗੋਤ ਸਮਾਗ ਹੈ। ਤੁਰੰਤ ਹਜੂਰ ਨੇ ਜਵਾਬ ਦਿੱਤਾ, ਸਮਾਗਾਂ ਦਾ ਰਿਸ਼ਤਾ ਨਹੀਂ ਲੈਣਾ। ਇਹਨਾਂ ਕਦੇ ਇੱਕ ਜਿਉਂਦਾ ਸਾਧ ਸਾੜ ਦਿੱਤਾ ਸੀ। ਤਾਂ ਝੱਟ ਦਰਬਾਰਾ ਸਿੰਘ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਮੈਂ ਤੁਹਾਡੇ ਕਹੇ ਅਨੁਸਾਰ ਹੀ ਕਰਾਂਗਾ, ਐਵੇਂ ਨਹੀਂ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਅਚਾਨਕ ਰਿਸ਼ਤਾ ਹੋਣ ਉਪਰੰਤ ਬਾਬਾ ਜੀ ਪਾਸ ਆਏ ਤਾਂ ਹਜੂਰ ਨੇ ਪੁੱਛਿਆ, ਸਾਹਾ ਕਿਸ ਸੋਧਿਆ। ਦਰਬਾਰਾ ਸਿੰਘ ਨੇ ਬੇਨਤੀ ਕੀਤੀ, ਜੀ ਉਹਨਾਂ ਨੇ ਆਪ ਹੀ ਸਭ ਕੁਝ ਕੀਤਾ ਹੈ, ਅਸਾਥੋਂ ਕੁਛ ਪੁੱਛਿਆ ਹੀ ਨਹੀਂ। ਅੱਗੋਂ ਹਜੂਰ ਨੇ ਬਚਨ ਕੀਤਾ ਕਿ ਮੰਗਲ ਇਕੱਠੇ ਕਰ ਦਿੱਤੇ। ਪਤਾ ਨਹੀਂ ਵਿੱਚੋਂ ਬਾਬਾ ਜੀ ਦਾ ਕੀ ਭਾਵ ਸੀ। ਫਿਰ ਕੋਈ ਬਚਨ ਨਹੀਂ ਕੀਤਾ। ਸਮਾਂ ਬੀਤਦਾ ਗਿਆ। ਉਪਰੰਤ ਸਾਡੇ ਘਰ ਉਚੇਚਾ ਸੁਨੇਹਾ ਘੱਲਿਆ ਕਿ ਨਿਤਨੇਮ ਕਰਿਆ ਕਰੋ। ਅਸੀਂ ਹੁਕਮ ਅਨੁਸਾਰ ਨਿਤਨੇਮ ਕਰਨ ਲੱਗ ਪਏ। ਕੁਝ ਸਮੇਂ ਬਾਅਦ ਜਿਹੜੀ ਝੋਟੀ ਉਹਨਾਂ ਨੇ ਮੂਰੀ ਵਿੱਚ ਦਿੱਤੀ ਸੀ ਉਹ ਕਿਸੇ ਕਾਰਨ ਮਰ ਗਈ। ਅਸੀਂ ਬਾਬਾ ਜੀ ਪਾਸ ਬੇਨਤੀ ਕੀਤੀ। ਅੱਗੋਂ ਬਾਬਾ ਜੀ ਨੇ ਹੁਕਮ ਕੀਤਾ ਕਿ ਜਿਹੜਾ ਗ੍ਰਹਿ ਸੀ ਉਹ ਟਲ ਗਿਆ ਹੈ, ਹੁਣ ਸਭ ਸੁੱਖ ਰਹੇਗਾ। ਬਚਨ ਅਨੁਸਾਰ ਅੱਜ ਤੱਕ ਸਭ ਆਨੰਦ ਹੈ। ਇੱਕ ਬਰਸੀ 'ਤੇ ਦਰਬਾਰਾ ਸਿੰਘ ਦੁੱਧ ਲੈ ਕੇ ਨਾ ਪਹੁੰਚ ਸਕਿਆ। ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਬਰਸੀ 'ਤੇ ਨਾ ਜਾਣ ਦਾ ਕਾਰਨ ਪੁੱਛ ਕੇ ਨਾਲ ਹੀ ਅੱਗੇ ਤੋਂ ਹਰ ਵਾਰੀ ਜਾਣ ਦੀ ਤਾਕੀਦ ਕੀਤੀ। ਉਸ ਤੋਂ ਬਾਅਦ ਦਰਬਾਰਾ ਸਿੰਘ ਨੇ ਕਦੇ ਨਾਗਾ ਨਹੀਂ ਪਾਇਆ। ਇਹ ਬਚਨ ਭਾਈ ਦਰਬਾਰਾ ਸਿੰਘ ਨੇ ਲਿਖਾਇਆ, ਸੋਈ ਜਾਣੇ ਸੋਈ ਪਛਾਣੇ ਜਾ ਕੋ ਨਦਰ ਸਿਰੰਦੇ। ਪੁੱਚੋ ਨਗਰ ਦਾ ਰਹਿਣ ਵਾਲਾ ਬਜ਼ੁਰਗ ਬਾਬਾ, ਜਿਸ ਦਾ ਨਾਮ ਸਰਦਾਰ ਕਿਰਪਾਲ ਸਿੰਘ ਬੀਬੀ ਕਾ ਸਪੁੱਤਰ ਸਰਦਾਰ ਵੀਰ ਸਿੰਘ ਬੀਬੀ ਕਾ ਵਾਲੇ ਨਗਰ ਰਹਿੰਦਾ ਸੀ, ਪਰੰਤੂ ਸਰਦਾਰ ਕਿਰਪਾਲ ਸਿੰਘ ਬੀਬੀ ਕਾ ਪੁੱਚੋ ਨਗਰ ਵਿੱਚ ਰਹਿੰਦਾ ਸੀ ਅਤੇ ਇਹ ਕਦੇ-ਕਦੇ ਬਾਬਾ ਜੀ ਦੇ ਦਰਸ਼ਨ ਅਤੇ ਸੇਵਾ ਵੀ ਕਰ ਜਾਂਦਾ ਹੁੰਦਾ ਸੀ। ਇੱਕ ਸਮੇਂ ਸਰਦਾਰ ਕਿਰਪਾਲ ਸਿੰਘ ਬੀਬੀ ਕਾ ਮਹਾਰਾਜ ਹਰਨਾਮ ਸਿੰਘ ਜੀ ਪਾਸ ਬੈਠਾ ਸੀ ਤੇ ਇੱਕ ਹੋਰ ਸੇਵਾਦਾਰ ਨਾਮ ਅਭਿਆਸ ਵਿੱਚ ਮਸਤ ਸੀ।
ਉਸ ਦੀ ਨਿਰਵਿਕਲਪ ਭਾਵ ਪੂਰਨ ਰੂਪ ਵਿੱਚ ਵਿਦੇਹ ਅਵਸਥਾ ਵਿੱਚ ਸੀ। ਹਜੂਰ ਨੇ ਕੋਈ ਕੌਤਕ ਵਰਤਾਇਆ ਅਤੇ ਬਾਬਾ ਕਿਰਪਾਲ ਸਿੰਘ ਬੀਬੀਕਾ ਨੂੰ ਸੰਬੋਧਨ ਕਰਕੇ ਬਚਨ ਕੀਤਾ, ਕਿਰਪਾਲ ਸਿੰਘ ਭਾਈ, ਕਿਆ ਇਹ ਤਾਂ ਮਰ ਗਿਆ ਹੈ? ਆਪਾਂ ਇਸ ਨੂੰ ਕਿਤੇ ਨਹਿਰ ਵਿੱਚ ਸੁੱਟ ਦਈਏ। ਕਿਰਪਾਲ ਸਿੰਘ ਇਸ ਕੌਤਕ ਨੂੰ ਸਮਝ ਨਾ ਸਕਿਆ। ਉਸ ਨੂੰ ਕਿਰਪਾਲ ਸਿੰਘ ਨੇ 2-4 ਵੇਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੁੱਕ ਨਾ ਸਕਿਆ। ਅਖੀਰ ਤੇ ਬਾਬਾ ਜੀ ਨੇ ਬਚਨ ਕਰਕੇ ਉਸ ਦੀ ਸਮਾਧੀ ਖੁਲਾਈ ਤੇ ਉਹ ਸਾਵਧਾਨ ਹੋ ਗਿਆ। ਉਸ ਨੇ ਨੇਤਰ ਵੀ ਖੋਲ੍ਹ ਲਏ। ਕਿਰਪਾਲ ਸਿੰਘ, ਜੋ ਇਸ ਸਮੇਂ ਸਰੀਰ ਕਰਕੇ ਬਹੁਤ ਬਲ ਵਾਲਾ ਸੀ, ਹੈਰਾਨ ਹੋਇਆ ਪਰ ਕੁਝ ਅੱਗੇ ਬੋਲ ਨਾ ਸਕਿਆ। ਕੁਝ ਸਮੇਂ ਬਾਅਦ ਇਹੋ ਹੀ ਬਜ਼ੁਰਗ ਬਾਬਾ ਕਿਰਪਾਲ ਸਿੰਘ ਬੀਬੀਕਾ ਬਾਬਾ ਮਹਾਹਰਨਾਮ ਸਿੰਘ ਜੀ ਦੇ ਅਸਥਾਨ ਦੇ ਨਾਲ ਹੀ ਛੱਪੜ ਉੱਤੇ ਕੱਪੜੇ ਧੋ ਰਿਹਾ ਸੀ। ਇਸ ਦੇ ਨਾਲ ਵਾਲੇ ਛੱਪੜ ਨੂੰ ਹਜੂਰ ਤਲਾਅ ਕਹਿ ਕੇ ਬਚਨ ਕਰਿਆ ਕਰਦੇ ਸਨ। ਬਾਬਾ ਕਿਰਪਾਲ ਸਿੰਘ ਅਤੇ ਇੱਕ ਮਾਈ ਵੀ ਨਾਲ ਸੀ। ਕੱਪੜੇ ਧੋਣ ਸਮੇਂ ਇਸ ਦਾ ਧਿਆਨ ਹੋਰ ਪਾਸੇ ਹੋ ਗਿਆ ਅਤੇ ਕਾਂ ਡੋੜ ਜਿਹਾ ਆ ਕੇ ਕੱਪੜੇ ਧੋਣ ਵਾਲੀ ਸਾਬਣ ਦੀ ਟਿੱਕੀ ਲੈ ਕੇ ਉੱਡ ਗਿਆ। ਉਪਰੰਤ ਬਾਬਾ ਕਿਰਪਾਲ ਸਿੰਘ ਕਾਹਲੀ ਕਾਹਲੀ ਕਦਮ ਪੁੱਟਦਾ ਉੱਪਰ ਟਿੱਲੇ ਉੱਤੇ ਜਿੱਥੇ ਬਾਬਾ ਜੀ ਬੈਠੇ ਸਨ ਆ ਗਿਆ ਅਤੇ ਆਪਣੇ ਸੁਭਾਅ ਹੀ ਬੋਲਿਆ, ਸੰਤ ਜੀ ਮਹਾਰਾਜ, ਸਾਬਣ ਦੀ ਟਿੱਕੀ ਕਾਂ ਡੋੜ ਲੈ ਗਿਆ ਹੈ, ਮੰਗਵਾ ਦਿਓ। ਉੱਤਰ ਵਿੱਚ ਹਜੂਰ ਨੇ ਜਵਾਬ ਦਿੱਤਾ, ਕੋਈ ਗੱਲ ਨਹੀਂ, ਟਿੱਕੀ ਦੀ ਕਿਹੜੀ ਗੱਲ ਹੈ, ਤੁਸੀਂ ਟਿੱਕੀ ਹੋਰ ਲੈ ਲਵੋ। ਉੱਤਰ ਵਿੱਚ ਬਾਬੇ ਕਿਰਪਾਲ ਸਿੰਘ ਨੇ ਕਿਹਾ, ਨਹੀਂ, ਉਹੀ ਟਿੱਕੀ ਚਾਹੀਦੀ ਹੈ। ਬਾਬਾ ਜੀ ਨੇ ਫਿਰ ਰੋਕਿਆ ਤੇ ਬਚਨ ਕੀਤਾ, 2 ਆਨੇ ਦੀ ਟਿੱਕੀ ਬਦਲੇ ਇੰਨਾ ਕੁਝ ਕਰਨ ਦੀ ਕੀ ਲੋੜ ਹੈ? ਜੇ ਟਿੱਕੀ ਨਾ ਮਿਲਦੀ ਹੋਵੇ ਤਾਂ ਕਰ ਵੀ ਲਈਏ। ਪਰੰਤੂ ਸਰਦਾਰ ਕਿਰਪਾਲ ਸਿੰਘ ਨੇ ਆਪਣੇ ਸੁਭਾਅ ਅਨੁਸਾਰ ਜਿੱਦ ਨਾ ਛੱਡੀ ਅਤੇ ਕਈ ਨਾਵਾਜਿਬ ਗੱਲਾਂ ਵੀ ਕੀਤੀਆਂ। ਬਾਬਾ ਮਹਾਹਰਨਾਮ ਸਿੰਘ ਜੀ ਨੇ ਬਚਨ ਕੀਤਾ, ਬੀਬੀ ਕਿਆ ਪਰਤਿਆਵਾ ਨਹੀਂ ਲਈਦਾ ਹੁੰਦਾ। ਬਾਬਾ ਕਿਰਪਾਲ ਸਿੰਘ ਇਸ ਗੱਲ ਉੱਤੇ ਅੜਿਆ ਰਿਹਾ। ਅਖੀਰ ਉੱਤੇ ਹਜੂਰ ਨੇ ਬਚਨ ਕੀਤਾ, ਟਿੱਕੀ ਤਾਂ ਉਹੀ ਆ ਜਾਏਗੀ ਪਰ ਤੇਰੀ ਜਾਇਦਾਦ ਉੱਤੇ ਖਰਚ ਹੋਵੇਗੀ, ਭਾਵ ਕਿ ਨਹੀਂ ਰਹੇਗੀ। ਬਾਬੇ ਕਿਰਪਾਲ ਸਿੰਘ ਨੇ ਕਿਹਾ, ਅਜੇ ਜ਼ਮੀਨ ਤਾਂ ਮੇਰੇ ਪਿਓ ਦੇ ਨਾਮ ਉੱਤੇ ਹੀ ਹੈ, ਮੇਰੇ ਨਾਮ ਉੱਤੇ ਨਹੀਂ ਲੱਗੀ। ਹਜੂਰ ਨੇ ਬਚਨ ਕੀਤਾ, ਜਦੋਂ ਤੇਰੇ ਨਾਮ ਲੱਗੇਗੀ ਉਦੋਂ ਲੈ ਲਵਾਂਗੇ, ਉਦੋਂ ਹੀ ਸਹੀ। ਉਪਰੰਤ ਹਜੂਰ ਨੇ ਬਚਨ ਕੀਤਾ, ਕੁਛ ਥੋੜ੍ਹਾ ਜਿਹਾ ਪਿੱਛੇ ਹੋ ਕੇ ਖਲੋ ਜਾ। ਹੁਕਮ ਅਨੁਸਾਰ ਬਾਬਾ ਕਿਰਪਾਲ ਸਿੰਘ ਕੁਛ ਪਿੱਛੇ ਹੋ ਗਿਆ ਤਾਂ ਉਹ ਕਾਂ ਮੂੰਹ ਵਿੱਚ ਟਿੱਕੀ ਫੜੀ ਉੱਡਦਾ ਹੋਇਆ ਆਇਆ ਅਤੇ ਟਿੱਕੀ ਸੁੱਟ ਕੇ ਅੱਗੇ ਲੰਘ ਗਿਆ। ਤੁਰੰਤ ਹੀ ਬਾਬਾ ਜੀ ਨੇ ਬਚਨ ਕੀਤਾ, ਲੈ ਤੇਰਾ ਕੰਮ ਹੋ ਗਿਆ। ਇੱਕ ਟਿੱਕੀ ਬਦਲੇ ਸਾਨੂੰ ਇਤਨਾ ਬੇਆਰਾਮ ਕੀਤਾ ਤੇ ਨਾਲ ਸਾਡਾ ਇਤਨਾ ਪਰਤਿਆਵਾ ਲਿਆ। ਅੱਗੇ ਤੋਂ ਤੇਰੀ ਸੇਵਾ ਬੰਦ। ਜਿਵੇਂ ਬਾਣੀ ਵਿੱਚ ਆਖਿਆ, ਤੇਰੇ ਭਾਣੇ ਸਭ ਕੁਛ ਹੋਵੇ, ਮਨ ਹਠ ਕੀਚੇ ਅੰਤ ਵਿਗੋਵੇ। ਦੇ ਕਥਨ ਅਨੁਸਾਰ ਬਾਬੇ ਕਿਰਪਾਲ ਸਿੰਘ ਦੇ ਪਿਤਾ ਵੀਰ ਸਿੰਘ ਦੇ ਮਰਨ ਤੋਂ ਬਾਅਦ ਜ਼ਮੀਨ ਇਸ ਦੇ ਨਾਮ ਲੱਗੀ। ਉਹ ਜ਼ਮੀਨ ਘਰ ਬਾਬਾ ਜੀ ਦੇ ਬਚਨ ਅਨੁਸਾਰ ਨਗਰ ਬੀਬੀਕੇ ਵਾਲਾ ਵਿੱਚ ਹੀ ਵੇਚਣੀ ਪਈ। ਇਹ ਬਚਨ ਸਾਬਕਾ ਸਰਪੰਚ ਸਰਦਾਰ ਅਛਰ ਸਿੰਘ ਬੀਬੀਕਾ ਪਾਸੋਂ ਮਿਲਿਆ। ਭਗਤਾਂ ਦੀ ਸਦਾ ਤੂੰ ਰੱਖਦਾ,
ਹਰ ਜੀਓ ਧੁਰ ਤੂੰ ਰੱਖਦਾ ਆਇਆ। ਗਿੱਦੜਬਾਹੇ ਦੇ ਕੋਲ ਇੱਕ ਹੁਸਨਰ ਨਾਮ ਦਾ ਨਗਰ ਹੈ। ਉੱਥੇ ਸੰਤ ਗੰਗਾ ਰਾਮ ਜੀ ਉਦਾਸੀ ਸੰਪਰਦਾਇ ਵਾਲੇ ਰਹਿੰਦੇ ਸਨ। ਉਸ ਸਮੇਂ ਪਾਣੀ ਦੀ ਔੜ ਲੱਗੀ ਰਹਿੰਦੀ ਸੀ। ਉੱਥੇ ਉਹਨਾਂ ਗੰਗਾ ਰਾਮ ਜੀ ਦਾ ਛੱਪੜ ਪੁਟਾਇਆ ਹੋਇਆ ਸੀ। ਉਸ ਵਿੱਚ ਪਾਣੀ ਦੀ ਲੋੜ ਸੀ ਤਾਂ ਉਹਨਾਂ ਸੂਆ ਵੱਢ ਕੇ ਛੱਪੜ ਭਰ ਲਿਆ ਸੀ। ਹੈ ਤਾਂ ਇਹ ਪੁੰਨ ਵਾਲਾ ਕੰਮ ਸੀ, ਪਰ ਸਰਕਾਰੀ ਕਾਨੂੰਨ ਅਨੁਸਾਰ ਜੁਰਮ ਸੀ। ਕਿਸੇ ਚੁਗਲ ਬੰਦੇ ਨੇ ਮੌਕੇ ਦਾ ਲਾਭ ਉਠਾਉਣ ਲਈ ਉੱਪਰ ਲਿਖਤੀ ਸ਼ਿਕਾਇਤ ਕਰ ਦਿੱਤੀ। ਉੱਪਰੋਂ ਇਨਕੁਆਇਰੀ ਵਾਸਤੇ ਅਫਸਰ ਆਇਆ। ਉਸਨੇ ਮੌਕੇ 'ਤੇ ਛੱਪੜ ਭਰਿਆ ਵੇਖ ਕੇ ਉੱਪਰ ਰਿਪੋਰਟ ਕਰ ਦਿੱਤੀ। ਨਾਲ ਹੀ ਸੰਤ ਗੰਗਾ ਰਾਮ ਜੀ ਨੂੰ ਕਿਹਾ ਕਿ ਕੰਮ ਤਾਂ ਪੁੰਨ ਵਾਲਾ ਹੈ, ਪਰ ਕਾਨੂੰਨ ਅਨੁਸਾਰ ਨਹੀਂ। ਮੈਂ ਆਪਣੇ ਵੱਲੋਂ ਤਾਂ ਕੁਝ ਹਿਮਾਇਤ ਕਰ ਦਿੰਦਾ, ਪਰ ਮੇਰੇ ਵੱਸ ਨਹੀਂ। ਤੁਹਾਥੋਂ ਜੋ ਕੁਛ ਹੁੰਦਾ ਆਪਣਾ ਬੰਦੋਬਸਤ ਕਰ ਲਵੋ। ਇੰਨਾ ਕਹਿ ਕੇ ਅਫਸਰ ਤਾਂ ਚਲਿਆ ਗਿਆ। ਜਿਵੇਂ ਬਾਣੀ ਵਿੱਚ ਆਖਿਆ, ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਣੇ। ਉਪਰੰਤ ਬਾਬਾ ਜੀ ਨੇ ਆਪਣਾ ਸੇਵਕ ਆਪਣੇ ਆਪ ਭੇਜ ਦਿੱਤਾ। ਉਸ ਨੇ ਬਾਬਾ ਜੀ ਵੱਲੋਂ ਗੰਗਾ ਰਾਮ ਜੀ ਨੂੰ ਹੌਸਲਾ ਦਿੱਤਾ, ਜਦੋਂ ਵੀ ਅਫਸਰ ਆਵੇ ਉਸ ਨੂੰ ਸੱਚ ਦੱਸ ਦੇਣਾ, ਮੁੱਕਰਨਾ ਨਹੀਂ ਕਿਸੇ ਗੱਲੋਂ। ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਆਪੇ ਸਭ ਕੁਝ ਸਾਂਭ ਲਵਾਂਗੇ। ਹੁਕਮ ਅਨੁਸਾਰ ਸੇਵਾਦਾਰ ਇਹ ਬਚਨ ਕਰਕੇ ਵਾਪਸ ਆ ਗਿਆ ਤੇ ਬਾਬਾ ਜੀ ਦੇ ਅਸਥਾਨ 'ਤੇ ਬਾਬਾ ਜੀ ਟਿੱਲੇ ਉੱਪਰ ਟਹਿਲ ਰਹੇ ਸੀ ਤੇ ਬਚਨ ਕਰ ਰਹੇ ਸਨ। ਅਸੀਂ ਆਏ ਇਹ ਬਚਨ ਕਰਕੇ ਦੋ ਕਰਮਾਂ ਅੱਗੇ ਪਿੱਛੇ ਹੋ ਜਾਣਾ ਤੇ ਇਹ ਬਚਨ ਫੇਰ ਕਰਨਾ। ਇਸ ਭੁੱਚੋ ਨਗਰ ਦੇ ਰਹਿਣ ਵਾਲਾ ਜੈ ਰਾਮ ਨਾਮ ਦਾ ਪੰਡਿਤ ਮੰਦਰ ਦਾ ਪੁਜਾਰੀ ਸੀ। ਉਹ ਨਿਯਮ ਅਨੁਸਾਰ ਬਾਬਾ ਜੀ ਕੋਲ ਮੱਥਾ ਟੇਕਣ ਆਇਆ। ਉਸ ਦੇ ਆਏ ਤੋਂ ਵੀ ਇਹ ਬਚਨ 2-3 ਵਾਰ ਕੀਤੇ। ਉਸ ਦੀ ਰਾਮ ਬਲਾਈ ਦਾ ਵੀ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਜੈ ਰਾਮ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬਿਠਾ ਲਿਆ। ਬਾਬਾ ਜੀ ਆਪ ਖੜੇ ਸਨ। ਉਸ ਦੇ ਬੈਠਣ ਤੋਂ ਬਾਅਦ ਇਹੀ ਬਚਨ ਫੇਰ ਕਰਨ ਲੱਗ ਪਏ, ਅਸੀਂ ਆਏ। ਉਪਰੰਤ ਜੈ ਰਾਮ ਨੇ ਪੁੱਛਿਆ, ਇੱਥੇ ਕੋਈ ਆਦਮੀ ਨਹੀਂ ਹੈ, ਕਿਸ ਨੂੰ ਆਖ ਰਹੇ ਹੋ? ਉੱਤਰ ਵਿੱਚ ਬਾਬਾ ਜੀ ਨੇ ਬਚਨ ਕੀਤਾ, ਅਸੀਂ ਗੰਗਾ ਰਾਮ ਨੂੰ ਕਹਿ ਰਹੇ ਹਾਂ। ਉਪਰੰਤ ਜੈ ਰਾਮ ਜਾਣ ਲੱਗਾ, ਪਰ ਬਾਬਾ ਜੀ ਨੇ ਉਸ ਨੂੰ ਬੈਠਣ ਲਈ ਕਿਹਾ ਕਿ ਅਜੇ ਨਹੀਂ ਜਾਣਾ। ਉਪਰੰਤ ਇਸ ਨਗਰ ਦਾ ਤਿਲਕ ਰਾਮ ਪੰਡਿਤ ਜੈ ਰਾਮ ਦੀ ਭਾਲ ਕਰਦਾ ਕਰਦਾ ਇੱਥੇ ਆ ਗਿਆ। ਉਸ ਨੇ ਟਿੱਲੇ ਦੇ ਹੇਠ ਹੋ ਕੇ ਬਾਬਾ ਜੀ ਮਹਾਰਾਜ ਨੂੰ ਆਵਾਜ਼ ਦਿੱਤੀ। ਉੱਤਰ ਵਿੱਚ ਬਾਬਾ ਜੀ ਨੇ ਉਸ ਨੂੰ ਉੱਪਰ ਬੁਲਾ ਲਿਆ ਤੇ ਬਚਨ ਕੀਤਾ ਕਿ ਤੂੰ ਸਾਡਾ ਅਗਸਤ ਮੁਨੀ ਹੈ, ਅੱਜ ਤੇਰੀ ਵੀ ਲੋੜ ਸੀ। ਉਸ ਤਿਲਕ ਰਾਮ ਪੰਡਿਤ ਨੇ ਹੱਥ ਜੋੜ ਕੇ ਕਿਹਾ, ਮੈਂ ਅਗਸਤ ਮੁਨੀ ਨਹੀਂ ਬਣ ਸਕਦਾ, ਤੁਸੀਂ ਕਿਰਪਾ ਕਰਕੇ ਬਣਾ ਦਿਓ ਤਾਂ ਕੋਈ ਵੱਡੀ ਗੱਲ ਨਹੀਂ। ਬਾਬਾ ਜੀ ਨੇ ਬਚਨ ਕੀਤਾ, ਤਾਂ ਤੂੰ ਬਣ ਗਿਆ। ਸਾਡਾ ਇੱਕ ਕੰਮ ਕਰਕੇ ਬਚਨ ਕੀਤਾ। ਟਿੱਲੇ ਦੇ ਉੱਪਰੋਂ 2.5 ਕਦਮ ਅੱਗੇ ਤੁਰ ਕੇ ਇੱਕ ਮੰਤਰ ਦੱਸਿਆ। ਇਹ ਮੰਤਰ ਪੜ੍ਹ ਕੇ 2.5 ਚੂੜੀਆਂ ਪਾਣੀ ਦੀਆਂ ਪੀ ਲੈ। ਉਸਨੇ ਉੱਤਰ ਵਿੱਚ ਕਿਹਾ ਕਿ ਮਹਾਰਾਜ ਜੀ, ਮੈਂ ਤਾਂ ਅਜੇ ਇਸ਼ਨਾਨ ਨਹੀਂ ਕੀਤਾ। ਬਾਬਾ ਜੀ ਨੇ ਬਚਨ ਕੀਤਾ, ਸਭ ਸੁੱਧ ਹੈ।
ਉਸਨੇ ਬਚਨ ਅਨੁਸਾਰ ਅੱਗੇ 2.5 ਕਦਮ ਹੋ ਕੇ 2.5 ਚੂਲੀਆਂ ਪਾਣੀ ਪੀ ਲਿਆ ਤੇ ਨਾਲ ਹੀ ਬਾਬਾ ਜੀ ਦੇ ਦੱਸਣ ਅਨੁਸਾਰ ਮੰਤਰ ਉਚਾਰਨ ਕੀਤਾ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਰੇਤ ਉੜਦੀ ਦਿਸੂ। ਉਪਰੰਤ 5 ਸੇਰ ਦੁੱਧ, 2 ਸੇਰ ਚੌਲ, 2 ਸੇਰ ਖੰਡ, ਸੇਰ ਘਿਓ ਦੇ ਕੇ ਹੁਕਮ ਕੀਤਾ, ਮੰਦਰ ਵਿੱਚ ਜਾ ਕੇ ਖੀਰ ਬਣਾਓ, ਇਸ਼ਨਾਨ ਕਰੋ, ਸਾਰੀ ਖੀਰ ਆਪ ਹੀ ਛਕ ਲੈਣੀ, ਕਿਸੇ ਨੂੰ ਨਹੀਂ ਦੇਣੀ। ਜੈ ਰਾਮ ਨੂੰ ਵੀ ਜਾਣ ਲਈ ਹੁਕਮ ਹੋਇਆ। ਮੰਦਰ ਵਿੱਚ ਆਉਣ ਤੋਂ ਉਪਰੰਤ ਪਹਿਲਾਂ ਤਿਲਕ ਰਾਮ ਨੇ ਇਸ਼ਨਾਨ ਕੀਤਾ, ਪੂਜਾ ਕਰਨ ਉਪਰੰਤ ਖੀਰ ਬਣਾਈ ਤੇ ਖੀਰ ਬਹੁਤੀ ਬਣ ਗਈ। ਹੁਕਮ ਸੀ ਇਕੱਲੇ ਖਾਣ ਦਾ। ਫਿਰ ਡਰੇ ਉਸਨੇ ਜੈ ਰਾਮ ਨੂੰ ਬਾਬਾ ਜੀ ਪਾਸ ਘੱਲਿਆ। ਸਾਰੀ ਖੀਰ ਖਾਣ ਵਿੱਚ ਆਪਣੀ ਮਜਬੂਰੀ ਦੱਸੀ। ਬਾਬਾ ਜੀ ਨੇ ਜੈ ਰਾਮ ਨੂੰ ਉੱਤਰ ਵਿੱਚ ਕਿਹਾ ਕਿ ਉਸ ਨੂੰ ਕੁਝ ਨਹੀਂ ਹੁੰਦਾ, ਬੇਫਿਕਰ ਹੋ ਕੇ ਖਾ ਜਾਵੇ ਤੇ ਹੋਰ ਕਿਸੇ ਨੂੰ ਨਹੀਂ ਦੇਣੀ। ਇੱਥੋਂ ਤੱਕ ਕਿ ਜੈ ਰਾਮ ਨੂੰ ਵੀ ਖਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਤਿਲਕ ਰਾਮ ਡਰਦਾ ਡਰਦਾ ਪਹਿਲਾਂ ਤਾਂ ਥੋੜ੍ਹੀ ਥੋੜ੍ਹੀ ਕਰਕੇ ਖਾਣ ਲੱਗਾ। ਆਖਿਰ ਤੇ ਇਤਨੀ ਸਵਾਦ ਲੱਗੀ ਤੇ ਉਹ ਇਕੱਲਾ ਹੀ ਖਾ ਗਿਆ। ਇਸ ਤੋਂ ਉਪਰੰਤ ਜਦੋਂ ਉਸ ਨਗਰ ਵਿੱਚ ਵੱਡਾ ਅਫਸਰ ਆਇਆ ਤਾਂ ਉਸਨੇ ਉਹ ਸੱਪੜ ਸੁੱਕਾ ਪਿਆ ਦੇਖਿਆ ਤੇ ਗੰਗਾ ਰਾਮ ਜੀ ਨੇ ਪੁੱਛਿਆ ਕਿ ਤੁਹਾਡੇ 'ਤੇ ਸ਼ਿਕਾਇਤ ਝੂਠੀ ਕੀਤੀ ਹੈ ਕਿਸੇ ਨੇ, ਪਰ ਸੂਆ ਤੇ ਟੁੱਟਿਆ ਹੋਇਆ, ਹੋਰ ਪਾਣੀ ਕਿੱਥੇ ਗਿਆ? ਹੈਰਾਨੀ ਵਾਲੀ ਗੱਲ ਹੈ। ਸੰਤ ਗੰਗਾ ਰਾਮ ਜੀ ਨੇ ਜਵਾਬ ਦਿੱਤਾ ਸੀ, ਸ਼ਿਕਾਇਤ ਸੱਚੀ ਹੈ, ਸੂਆ ਮੈਂ ਤੋੜਿਆ ਸੀ, ਛੱਪੜ ਭਰਿਆ ਸੀ, ਪਾਣੀ ਵੱਲੋਂ ਪੰਛੀ ਬਹੁਤ ਤੰਗ ਸਨ, ਪਰ ਜੇ ਹੁਣ ਇੱਥੇ ਪਾਣੀ ਨਹੀਂ, ਪਰਮੇਸ਼ਰ ਦੀ ਕਿਰਪਾ ਹੈ। ਮੌਕਾ ਵੇਖਣ ਤੋਂ ਬਾਅਦ ਅਫਸਰ ਚਲਾ ਗਿਆ। ਇਹ ਬਚਨ ਪੰਡਤ ਜੈ ਰਾਮ ਜੀ ਪਾਸੋਂ ਮਿਲਿਆ। ਖੇਦ ਨਾ ਦੁਖ ਨਾ ਡਾਨ ਤੇ ਜਾ ਕੋ ਨਦਰ ਕਰੀ, ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੀ। ਨਗਰ ਮਲੂਕੇ ਦੇ ਰਹਿਣ ਵਾਲਾ ਇੱਕ ਮਹਾਤਮਾ, ਜਿਸ ਦਾ ਜਨਮ ਦਰਜੀਆਂ ਦੇ ਘਰ ਦਾ ਸੀ, ਜਿਸ ਦਾ ਨਾਮ ਮੋਹਣਾ ਰਾਮ ਸੀ, ਇਸ ਨੂੰ ਵੀ ਬਾਬਾ ਜੀ ਦੀ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸੇਵਾ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਸਾਰਿਆਂ ਨੂੰ ਹੁਕਮ ਦਿੱਤਾ ਜਾਂਦਾ ਸੀ, ਇਸ ਨੂੰ ਵੀ ਉਸ ਤਰ੍ਹਾਂ ਦਾ ਹੁਕਮ ਸੀ। ਉਸ ਵਕਤ ਮਹਾਰਾਜ ਜੀ ਦੀ ਸੇਵਾ ਕਰਨ ਵਾਲਾ ਇਕੱਲਾ ਹੀ ਸੀ। ਪਿੰਡ ਵਿੱਚੋਂ ਦੁੱਧ ਲੈ ਕੇ ਆਉਣਾ, ਡੇਰੇ ਦੀ ਸਾਰੀ ਸਫਾਈ ਕਰਨੀ, ਪਿੰਡ ਵਿੱਚੋਂ ਪ੍ਰਸ਼ਾਦੇ ਲੈ ਕੇ ਆਉਣੇ, ਜਾਨਵਰਾਂ ਨੂੰ ਚੋਗਾ ਪਾਉਣਾ, ਜੋ ਕਿ ਅੱਜ ਤੱਕ ਮਰਿਆਦਾ ਕਾਇਮ ਹੈ। ਸਾਰੀ ਸੇਵਾ ਇਕੱਲੇ ਦੀ ਜ਼ਿੰਮੇਵਾਰੀ 'ਤੇ ਸੀ। ਤਕਰੀਬਨ 6 ਮਹੀਨੇ ਇਸ ਨੇ ਸੰਗਤ ਦੇ ਦੱਸਣ ਅਨੁਸਾਰ ਸੇਵਾ ਕੀਤੀ ਤੇ ਇਤਨੇ ਸਮੇਂ ਵਿੱਚ ਹੀ ਬਾਬਾ ਜੀ ਨੇ ਇਸ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ। ਇਸ ਦੀ ਸੇਵਾ ਵਿੱਚ ਲੱਗੇ ਕੌਣ ਆਇਆ ਪਤਾ ਨਹੀਂ ਲੱਗ ਸਕਿਆ, ਨਾ ਹੀ ਆਪ ਮੌਜੂਦ ਹੈ, ਜਿਸ ਕਰਕੇ ਇਸ ਦੇ ਪ੍ਰਸੰਗ ਬਾਰੇ ਲਿਖਣਾ ਮੁਸ਼ਕਿਲ ਹੈ। ਹਾਂ, ਇਤਨਾ ਕੁ ਪਤਾ ਜ਼ਰੂਰ ਲੱਗਾ ਕਿ ਆਪਣੇ ਨਗਰ ਜਾਣ ਉਪਰੰਤ ਬੰਦਗੀ ਕਰਦਾ ਰਿਹਾ। ਸੰਸਾਰ ਦੇ ਕੰਮਾਂ ਵਿੱਚ ਇਸ ਦਾ ਮਨ ਨਹੀਂ ਲੱਗਿਆ ਤੇ ਪਿੰਡ ਤੋਂ ਬਾਹਰ ਇਸ ਦੀ ਜਗ੍ਹਾ ਛੱਪੜੀ ਕਰਕੇ ਮੋਹਣਾ ਰਾਮ ਦੀ ਜਗ੍ਹਾ ਮਸ਼ਹੂਰ ਹੈ। ਪੰਡਤ ਸ੍ਰੀ ਰਾਮ ਜੀ ਇਸ ਮੋਹਣਾ ਰਾਮ ਦੀ ਪ੍ਰੇਰਣਾ ਕਰਕੇ ਆਏ ਸਨ। ਸੇਵਾ ਕਰਨ ਸਮੇਂ ਮੋਹਣਾ ਰਾਮ ਜਦੋਂ ਆਪਣੇ ਪਿੰਡ ਨੂੰ ਆਉਂਦਾ ਜਾਂਦਾ ਸੀ
ਤਾਂ ਇਹ ਸ੍ਰੀ ਰਾਮ ਜੀ ਨੂੰ ਵੀ ਮਿਲਦਾ ਹੁੰਦਾ ਸੀ। ਤੇ ਪੰਡਤ ਸ੍ਰੀ ਰਾਮ ਜੀ ਦੀ ਉਸ ਵੇਲੇ ਪਿੰਡ ਵਿੱਚ ਦੁਕਾਨ ਹੁੰਦੀ ਸੀ। ਪੰਡਤ ਸ੍ਰੀ ਰਾਮ ਜੀ ਉਸ ਵੇਲੇ ਸੋਹਣੀ ਮਹੀਵਾਲ ਦਾ ਕਿੱਸਾ ਪੜ੍ਹਦੇ ਹੁੰਦੇ ਸਨ। ਆਵਾਜ਼ ਤਰਸੀਲੀ ਤੇ ਦਿਲ ਖਿੱਚ ਵਾਲੀ ਹੁੰਦੀ ਸੀ। ਲੋਕੀ ਬੜੇ ਪਿਆਰ ਨਾਲ ਸੁਣਦੇ ਸਨ। ਮੋਹਣਾ ਰਾਮ ਜੀ ਨੇ ਵੀ ਸੁਣਨ ਤੋਂ ਬਾਅਦ ਪ੍ਰੇਰਨਾ ਕਰਨੀ, ਜੇ ਤੁਸੀਂ ਕੁਝ ਪ੍ਰਾਪਤ ਕਰਨਾ ਹੈ ਤਾਂ ਪੁੱਛੋ ਪਹੁੰਚੋ। ਉਸ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਿਆ। ਜਿਤਨੀ ਕੁ ਵਸਤੂ ਦਾ ਭਾਂਡਾ ਹੋਵੇ ਪੂਰਾ ਕਰ ਦਿੰਦੇ ਹਨ। ਐਸਾ ਮੁਰਸ਼ਿਦ ਕਲਯੁਗ ਵਿੱਚ ਮਿਲਣਾ ਮੁਸ਼ਕਿਲ ਹੈ, ਸੋ ਤੁਸੀਂ ਦੇਰ ਨਾ ਕਰੋ। ਇਸ ਤਰ੍ਹਾਂ ਦੀ ਪ੍ਰੇਰਨਾ ਕਈ ਵਾਰ ਹੋਣ 'ਤੇ ਸ੍ਰੀ ਰਾਮ ਜੀ ਦਾ ਮਨ ਹੌਲੀ ਹੌਲੀ ਪ੍ਰੇਰਿਆ ਜਾਣ ਲੱਗਾ। ਇਹਨਾਂ ਨੇ ਵੀ ਕਦੇ-ਕਦੇ ਬਾਬਾ ਜੀ ਨੂੰ ਖਤ ਪਾਉਣੇ ਸ਼ੁਰੂ ਕਰ ਦਿੱਤੇ। ਤੇ ਜਿਸ ਵੇਲੇ ਬਾਬਾ ਜੀ ਕੋਲ ਖਤ ਪਹੁੰਚਣਾ ਤੇ ਬਾਬਾ ਜੀ ਨੇ ਖਤ ਦਾ ਕੋਈ ਜਵਾਬ ਵੀ ਨਾ ਦੇਣਾ, ਕਦੇ-ਕਦੇ ਜਵਾਬ ਵੀ ਦੇਣਾ। ਬਾਬਾ ਜੀ ਨੇ ਇਸ ਤਰ੍ਹਾਂ ਕਹਿਣਾ, ਜੋ ਕੁਝ ਵੀ ਤੂੰ ਇਹ ਕਹਿਣਾ ਇਹ ਚਿੱਠੀਆਂ ਵਿੱਚ ਨਹੀਂ ਮਿਲਣਾ, ਆਪ ਆ ਕੇ ਗੱਲ ਕਰ। ਸੰਤ ਮੋਹਣਾ ਰਾਮ ਜੀ ਵੀ ਜਦੋਂ ਇਹਨਾਂ ਨੂੰ ਪਿੰਡ ਵਿੱਚ ਅੱਗੇ ਪਿੱਛੇ ਮਿਲਦੇ, ਬਾਬਾ ਜੀ ਕੋਲ ਜਾਣ ਬਾਰੇ ਪ੍ਰੇਰਨਾ ਕਰਦੇ। ਅਖੀਰ ਨੂੰ ਮਿਲਾਪ ਹੋਣ ਦਾ ਵਕਤ ਆ ਗਿਆ ਤਾਂ ਸ੍ਰੀ ਰਾਮ ਜੀ ਬਾਬਾ ਜੀ ਕੋਲ ਡੇਰੇ ਭੁੱਚੋ ਪਹੁੰਚੇ। ਪੰਡਤ ਸ੍ਰੀ ਰਾਮ ਜੀ ਦੇ ਪਿਤਾ ਦਾ ਨਾਮ ਸ਼ੰਕਰ ਦਾਸ ਸੀ। ਜਦੋਂ ਬਾਬਾ ਜੀ ਪਾਸ ਪਹਿਲੀ ਵਾਰ ਦਰਸ਼ਨ ਕਰਨ ਆਏ ਤਾਂ ਸੰਮਤ 1972 ਬਿਕਰਮੀ ਵਿੱਚ ਪਹੁੰਚੇ। ਨਾਲ ਇਹਨਾਂ ਦੇ ਮਾਤਾ ਜੀ ਸਨ। ਬਾਬਾ ਜੀ ਨਾਲ ਕੁਝ ਪਰਮਾਰਥ ਦੇ ਬਚਨ ਹੋਣ ਤੋਂ ਉਪਰੰਤ ਬਾਬਾ ਜੀ ਨੇ ਆਪਣੇ ਮਰਿਆਦਾ ਅਨੁਸਾਰ ਪਿਓ ਦਾਦੇ ਨਾਨਕੇ ਪੁੱਛ ਕੇ ਸੇਵਾ ਦੇ ਦਿੱਤੀ ਅਤੇ ਹੁਕਮ ਅੰਦਰ ਰਹਿਣ ਦਾ ਬਚਨ ਲੈ ਲਿਆ। ਉਸ ਵੇਲੇ ਬਾਬਾ ਜੀ ਦੀ ਸੇਵਾ ਵਿੱਚ ਸੰਤ ਕੇਸਰ ਸਿੰਘ ਜੀ, ਸੰਤ ਨੀਲਾ ਸਿੰਘ ਜੀ, ਸੰਤ ਅਚਿੰਤ ਰਾਮ ਜੀ ਹਾਜ਼ਰ ਸਨ। ਸਾਰੀ ਸਰਾ ਕਰਨ ਤੋਂ ਉਪਰੰਤ ਹਜੂਰ ਨੇ ਸੇਵਾ ਸੌਂਪ ਦਿੱਤੀ ਤੇ ਨਾਲ ਹੀ ਬਚਨ ਕੀਤਾ, ਜੇ ਕੋਈ ਪ੍ਰਸ਼ਨ ਹੋਵੇ ਹੁਣ ਪੁੱਛ ਲਵੋ, ਕੋਈ ਲਕੋ ਨਹੀਂ ਰੱਖਣਾ। ਤਾਂ ਸ੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਉਪਾਸਨਾ ਤਾਂ ਸ੍ਰੀ ਰਾਮ ਚੰਦਰ ਜੀ ਦੀ ਕਰਦਾ ਹਾਂ ਤੇ ਮੈਨੂੰ ਦਰਸ਼ਨ ਗੁਰੂ ਨਾਨਕ ਦੇਵ ਜੀ ਦੇ ਹੁੰਦੇ ਸਨ। ਚਾਹੀਦੇ ਤਾਂ ਰਾਮ ਚੰਦਰ ਜੀ ਦੇ ਹਨ, ਕਿਉਂਕਿ ਮੈਂ ਉਪਾਸ਼ਕ ਉਹਨਾਂ ਦਾ ਹਾਂ। ਕਿਰਪਾ ਕਰਕੇ ਦੱਸੋ ਕਿ ਇਹ ਕਿਉਂ? ਉੱਤਰ ਵਿੱਚ ਬਾਬਾ ਜੀ ਨੇ ਕਿਹਾ ਕਿ ਕਲਯੁਗ ਵਿੱਚ ਪਹਿਰਾ ਗੁਰੂ ਨਾਨਕ ਦੇਵ ਜੀ ਦਾ ਹੈ, ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੁੰਦੇ ਹਨ। ਨਾਲੇ ਅਸੀਂ ਵੀ ਆਏ ਬੈਠੇ ਹਾਂ, ਤੂੰ ਸਾਡੇ ਕੋਲ ਆਉਂਦਾ ਸੀ। ਤੇ ਇਤਨੇ ਬਚਨ ਕਰਕੇ ਬਾਬਾ ਜੀ ਨੇ ਆਪਣੇ ਦੋਹੇ ਹੱਥ ਆਪਣੇ ਅੱਖਾਂ ਦੇ ਅੱਗੇ ਕਰਕੇ ਬਚਨ ਕੀਤਾ ਕਿ ਤੈਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਇਸ ਤਰ੍ਹਾਂ ਦਿਸਦਾ ਹੈ। ਬਾਬਾ ਜੀ ਦੇ ਹੱਥਾਂ ਤੇ ਨੇਤਰਾਂ ਦੇ ਵਿਚਾਲੇ ਉਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਦਿਸਿਆ। ਵੇਖਣ ਉਪਰੰਤ ਸ੍ਰੀ ਰਾਮ ਜੀ ਕਹਿਣ ਲੱਗੇ, ਜੀ ਠੀਕ ਇਸ ਤਰ੍ਹਾਂ ਦਾ ਹੀ ਹੈ। ਉਪਰੰਤ ਫਿਰ ਬਾਬਾ ਜੀ ਨੇ ਬਚਨ ਕੀਤਾ ਕਿ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਜੀ ਦਾ ਜਾਮਾ ਸਾਡਾ ਸੀ। ਤੇਰਾ ਪਿਛਲਾ ਜਨਮ ਤੁਲਸੀ ਦਾਸ ਦਾ ਸੀ। ਤੂੰ ਰਮਾਇਣ ਵੀ ਲਿਖੀ ਹੈ, ਇਸ ਕਰਕੇ ਤੇਰਾ ਸਾਡਾ ਸੰਬੰਧ ਬਣਿਆ। ਸ੍ਰੀ ਰਾਮ ਜੀ ਨੇ ਜਵਾਬ ਦਿੱਤਾ ਕਿ ਜਬ ਨਾ ਦੇਖੂੰ ਮੈਂ ਆਪਣੀ ਨੈਣੀ, ਤਾਂ ਮੈਂ ਨਾ ਭਤੀਜੋ
ਗੁਰ ਕੀ ਬੈਣੀ। ਬਾਬਾ ਜੀ ਨੇ ਬਚਨ ਕੀਤਾ ਕਿ ਸੇਵਾ ਕਰ, ਤਗੜਾ ਹੋ ਕੇ ਸਭ ਕੁਝ ਵੇਖ ਲਵੀਂ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਸਰੂਪ ਦਾ ਦਰਸ਼ਨ ਨਹੀਂ ਹੋਇਆ। ਫਿਰ ਸ੍ਰੀ ਰਾਮ ਸਿੰਘ ਜੀ ਸੇਵਾ ਵਿੱਚ ਜੁਟ ਪਏ। ਦਿਨ ਰਾਤ ਅਤਿਅੰਤ ਸੇਵਾ ਕਰਨੀ ਆਰੰਭ ਕਰ ਦਿੱਤੀ। ਇਹ ਬਚਨ ਰਤਨ ਸਿੰਘ ਢਿੱਲੋਂ ਮਲੂਕੇ ਵਾਲਿਆਂ ਤੋਂ ਮਿਲਿਆ। ਜਿਹੀ ਸੇਵ ਕਰਾਈਏ ਕਰਨੀ ਭੀ ਸਾਈ। ਸੇਵਕ ਸੇਵਾ ਕਰਕੇ ਹੀ ਸਭ ਕੁਝ ਪ੍ਰਾਪਤ ਕਰਦਾ ਹੈ। ਹੁਕਮ ਵੀ ਹੈ, ਬਿਨ ਸੇਵਾ ਫਲ ਕਿਸੇ ਨਹੀਂ। ਸੇਵਾ ਦਾ ਫਲ ਪ੍ਰਾਪਤ ਕਰਕੇ ਸਿੱਖਾਂ ਸੇਵਕਾਂ ਨੇ ਸੇਵਾ ਕਰਵਾਉਣ ਵੱਲੋਂ ਕਦੇ ਮੋਢਾ ਨਹੀਂ ਫੇਰਿਆ। ਜਿਵੇਂ ਸੰਤ ਬਹਾਲ ਦਾਸ ਜੀ ਜੱਸੀ ਪੌ ਵਾਲੇ ਅਤੇ ਸੰਤ ਧੰਨਾ ਭਾਈ ਰੂਪੇ ਵਾਲੇ ਸੇਵਾ ਵਿੱਚ ਆਪਣੇ ਆਪਣੇ ਅਸਥਾਨਾਂ ਉੱਤੇ ਬੈਠੇ ਹੋਏ ਹੀ ਸੇਵਾ ਵੱਲੋਂ ਕਦੇ ਵੀ ਅਵੇਸਲੇ ਨਹੀਂ ਹੋਏ ਸਨ। ਇਸ ਜਗ੍ਹਾ ਇੱਕ ਪ੍ਰਸੰਗ ਸੰਤ ਧੰਨਾ ਸਿੰਘ ਜੀ ਦਾ ਸੇਵਾ ਕਰਾਉਣ ਦਾ ਲਿਖ ਦੇਣਾ ਠੀਕ ਰਹੇਗਾ। ਜਿਹੜਾ ਭਾਈ ਰੂਪੇ ਨਗਰ ਵਿੱਚ ਰਹਿਣ ਵਾਲੇ ਬਜ਼ੁਰਗ ਭਾਈ ਨਿੱਕਾ ਸਿੰਘ ਪਾਸੋਂ ਪ੍ਰਾਪਤ ਹੋਇਆ। ਭਾਈ ਸਰੂਪ ਸਿੰਘ, ਭਾਈ ਨਰੈਣ ਸਿੰਘ, ਭਾਈ ਨਿੱਕਾ ਸਿੰਘ, ਚੌਥਾ ਭਾਈ ਸੁਰਮੁਖ ਸਿੰਘ ਕਾਂਗੜ ਤੋਂ ਵੀ ਇਹਨਾਂ ਨਾਲ ਸੀ। ਨਿੱਕਾ ਸਿੰਘ ਦੀ ਉਮਰ ਅਜੇ ਛੋਟੀ ਹੀ ਸੀ। ਸੰਤ ਧੰਨਾ ਸਿੰਘ ਜੀ ਦੇ ਹੁਕਮ ਅਨੁਸਾਰ ਦੁੱਧ ਲੈ ਕੇ ਭੁੱਚੋ ਪਹੁੰਚੇ। ਉਸ ਸਮੇਂ ਹਾੜੀ ਦੀ ਵਾਢੀ ਪਈ ਹੋਈ ਸੀ। ਦੁੱਧ ਦੀ ਮੌਸਮ ਅਨੁਸਾਰ ਕਮੀ ਹੋਣ ਕਰਕੇ ਸਾਰੇ ਭਾਈ ਰੂਪੇ ਵਿੱਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਏ। ਰਸਤੇ ਵਿੱਚ ਆਉਣ ਸਮੇਂ ਨਿੱਕਾ ਸਿੰਘ ਦਾ ਪੈਰ ਸਰੋਂ ਦੇ ਵੱਡੇ ਹੇਠਲੇ ਹਿੱਸੇ ਵਿੱਚ ਵੱਜ ਕੇ ਜ਼ਖਮੀ ਹੋ ਗਿਆ। ਤੁਰਿਆ ਨਹੀਂ ਸੀ ਜਾਂਦਾ। ਪੈਰ ਦਰਦ ਬਹੁਤ ਕਰ ਰਿਹਾ ਸੀ। ਜਿਵੇਂ ਕਿਵੇਂ ਕਰਕੇ ਭੁੱਚੋ ਪਹੁੰਚੇ। ਰਾਤ ਕਿਸੇ ਸੇਵਕ ਵੱਲ ਰਹਿਣ ਦਾ ਹੁਕਮ ਹੋਇਆ। ਦਰਸ਼ਨ ਕਰਨ ਸਮੇਂ ਨਿੱਕਾ ਸਿੰਘ ਨਾ ਆ ਸਕਿਆ। ਬਾਬਾ ਜੀ ਨੇ ਪੁੱਛਿਆ, ਤੁਹਾਡਾ ਚੌਥਾ ਸਾਥੀ ਕਿੱਥੇ ਹੈ? ਨਾਲ ਨਹੀਂ ਆਇਆ। ਉਹਨਾਂ ਨੇ ਬੇਨਤੀ ਕੀਤੀ, ਉਸ ਦਾ ਪੈਰ ਦੁਖਦਾ ਹੈ, ਉਸ ਤੋਂ ਤੁਰਿਆ ਨਹੀਂ ਜਾਂਦਾ। ਤਾਂ ਬਾਬਾ ਜੀ ਨੇ ਬਚਨ ਕੀਤਾ, ਉਸ ਦੀ ਹਾਜ਼ਰੀ ਲੱਗ ਗਈ ਹੈ। ਤੁਹਾਡੇ ਘਰ ਅਨੁਸਾਰ ਆਰਾਮ ਆਇਆ ਹੋਏਗਾ। ਫਿਰ ਕਾਂਗੜ ਵਾਲੇ ਸਰਮੁਖ ਸਿੰਘ ਬਾਰੇ ਬੇਨਤੀ ਕੀਤੀ ਕਿ ਉਹ ਤੁਰਿਆ ਜਾਂਦਾ ਡਿੱਗ ਪਿਆ। ਉੱਤਰ ਵਿੱਚ ਹਜ਼ੂਰ ਨੇ ਬਚਨ ਕੀਤਾ ਕਿ ਸਭ ਗੋਂਦੇ ਮਲ ਦਾ ਕਾਰਾ ਹੈ, ਉਸਨੇ ਹੀ ਇਹ ਕੰਮ ਕੀਤਾ ਹੈ। ਅਤੇ ਆਪਣਾ ਪੈਰ ਵਿਖਾ ਕੇ ਕਹਿਣ ਲੱਗੇ, ਅਸੀਂ ਝੂਠ ਨਹੀਂ ਬੋਲਿਆ, ਸਾਡਾ ਪੈਰ ਵੀ ਨੀਲਾ ਹੋ ਗਿਆ ਹੈ। ਗੋਂਦਾ ਮਲ ਵੱਲ ਨਹੀਂ ਵੇਖਣਾ। ਫਿਰ ਇੱਕ ਚੁਟਕੀ ਮਿੱਟੀ ਦੀ ਚੁੱਕ ਕੇ ਬਚਨ ਕੀਤਾ, ਜਾਓ ਸੁੱਧ ਹੈ। ਇਤਨੇ ਦੇਰ ਤੱਕ ਲੰਗਰ ਪੱਕ ਕੇ ਆ ਗਿਆ। ਸੇਵਾਦਾਰ ਨੇ ਬੇਨਤੀ ਕੀਤੀ ਕਿ ਮਹਾਰਾਜ ਲੰਗਰ ਤਿਆਰ ਹੈ। ਹੁਕਮ ਕੀਤਾ, ਭਾਈ ਰੂਪੇ ਵਾਲਿਆਂ ਨੂੰ ਲੰਗਰ ਨਹੀਂ ਛਕਾਉਣਾ। ਇਹਨਾਂ ਦਾ ਅੱਜ ਦਾ ਅੰਨ ਜਲ ਰਾਮਪੁਰੇ ਮੀਤੂ ਝੌਰ ਦੇ ਘਰ ਹੈ। ਆਗਿਆ ਦੇ ਕੇ ਚਾਰੇ ਤੋਰ ਦਿੱਤੇ। ਤੁਰਨ ਸਮੇਂ ਬਚਨ ਕੀਤਾ, ਮੀਤੂ ਝੌਰ ਦੇ ਘਰ ਮਿੱਸੀਆਂ ਤੰਦੂਰ ਦੀਆਂ ਰੋਟੀਆਂ ਤਿਆਰ ਹੋ ਰਹੀਆਂ ਹਨ। ਜਿਸ ਵਕਤ ਹੁਕਮ ਅਨੁਸਾਰ ਰਾਮਪੁਰੇ ਪਹੁੰਚੇ। ਬਾਬਾ ਜੀ ਦੇ ਬਚਨ ਅਨੁਸਾਰ ਸਭ ਤੋਂ ਪਹਿਲਾਂ ਮੀਤੂ ਸਿੰਘ ਦੇ ਘਰ ਪਹੁੰਚੇ। ਅੱਗੇ ਰੋਟੀਆਂ ਪੱਕ ਰਹੀਆਂ ਸਨ। ਉਸਨੇ ਮੰਜਾ ਡਾਹ ਦਿੱਤਾ ਅਤੇ ਬੈਠ ਗਏ। ਅੱਗੇ ਇਸ ਨਾਲ ਜਾਣ ਪਛਾਣ ਤਾਂ ਕੋਈ ਨਹੀਂ ਸੀ, ਪਰੰਤੂ ਹਜ਼ੂਰ ਦੇ ਬਚਨ ਅਨੁਸਾਰ
ਇਸ ਨੇ ਇਹਨਾਂ ਦੀ ਬੜੀ ਸੇਵਾ ਕੀਤੀ। ਐਸੀ ਸਮਰੱਥਾ ਦੇ ਮਾਲਕ ਸਨ ਬਾਬਾ ਮਹਾਂ ਹਰਨਾਮ ਸਿੰਘ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।